ਓਮ ਸ਼ਾਂਤੀ। ਅੱਜ ਸੁਣਦੇ ਹਾਂ 15 ਜੂਨ 2021 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ, ਬਾਬਾ ਅਤੀ ਇੰਦਰੀਏ ਸੁਖ ਦਾ ਅਨੁਭਵ ਕਰਨ ਦੇ ਲਈ ਸਦਾ ਇਸ ਸਮ੍ਰਿਤੀ ਵਿੱਚ ਰਹੋ। ਅਸੀਂ ਕਿਸ ਦੇ ਬੱਚੇ ਹਾਂ? ਜੇਕਰ ਬਾਪ ਨੂੰ ਭੁੱਲੇ ਤਾਂ ਸੁਖ ਗੁੰਮ ਹੋ ਜਾਵੇਗਾ। ਪ੍ਰਸ਼ਨ ਹੈ, ਬਾਪ ਦੇ ਮਿਲਣ ਦੀ ਸਥਾਈ ਖੁਸ਼ੀ ਕਿਹੜੇ ਬੱਚਿਆਂ ਨੂੰ ਰਹਿੰਦੀ ਹੈ? ਉੱਤਰ, ਜਿਨ੍ਹਾਂ ਬੱਚਿਆਂ ਨੇ ਇੱਕ ਦੇ ਨਾਲ ਆਪਣੇ ਸਰਵ ਸੰਬੰਧ ਜੋੜੇ ਨੇ, ਜੋ ਇੱਕ ਬਾਪ ਦੀ ਯਾਦ ਵਿੱਚ ਰਹਿਣ ਦੀ ਮਿਹਨਤ ਕਰਦੇ ਨੇ, ਕਿਸੇ ਦੇਹਧਾਰੀ ਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਸਥਾਈ ਖੁਸ਼ੀ ਰਹਿੰਦੀ ਹੈ। ਜੇਕਰ ਦੇਹਧਾਰੀ ਦੀ ਯਾਦ ਹੈ ਤਾਂ ਬਹੁਤ ਰੋਣਾ ਪਵੇਗਾ। ਵਿਸ਼ਵ ਦਾ ਮਾਲਿਕ ਬਣਨ ਵਾਲੇ ਕਦੇ ਰੋਂਦੇ ਨਹੀਂ। ਗੀਤ ਹੈ, ਬਚਪਨ ਦੇ ਦਿਨ ਭੁਲਾ ਨਾ ਦੇਣਾ। ਓਮ ਸ਼ਾਂਤੀ। ਬਾਪ ਕਹਿੰਦੇ ਨੇ, ਮਿੱਠੇ ਬੱਚਿਓ, ਅਸੀਂ ਬੇਹੱਦ ਦੇ ਬਾਪ ਦੇ ਬੱਚੇ ਹਾਂ, ਇਹ ਭੁੱਲੋ ਨਾ। ਇਹ ਭੁੱਲੇ ਤਾਂ ਆਪਣੇ ਆਪ ਨੂੰ ਰਵਾ ਦਿਓਗੇ। ਛੀਛੀ ਦੁਨੀਆ ਵਿੱਚ ਬੁੱਧੀ ਚਲੀ ਜਾਏਗੀ। ਬਾਪ ਦੀ ਯਾਦ ਰਹਿਣ ਨਾਲ ਅਤੀ ਇੰਦਰੀਏ ਸੁਖ ਮਹਿਸੂਸ ਹੁੰਦਾ ਹੈ। ਉਹ ਸੁਖ ਬਾਪ ਨੂੰ ਭੁੱਲ ਜਾਣ ਨਾਲ ਗੁੰਮ ਹੋ ਜਾਵੇਗਾ। ਹਰਦਮ ਯਾਦ ਰਹਿਣਾ ਚਾਹੀਦਾ ਹੈ, ਅਸੀਂ ਬਾਬਾ ਦੇ ਬੱਚੇ ਹਾਂ, ਨਹੀਂ ਤਾਂ ਆਪਣੇ ਆਪ ਨੂੰ ਰੁਲਾ ਦਿਓਗੇ। ਸਭ ਭਗਵਾਨ ਦੇ ਬੱਚੇ ਹਾਂ। ਸਭ ਕਹਿੰਦੇ ਨੇ, ਹੇ ਬਾਬਾ, ਹੇ ਪਰਮ ਪਿਤਾ ਪਰਮਾਤਮਾ, ਰੱਖਿਆ ਕਰੋ। ਪਰੰਤੂ ਬਾਪ ਤੋਂ ਰੱਖਿਆ ਕਦੋਂ ਹੁੰਦੀ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਸਾਧੂ ਸੰਤ ਆਦਿ ਕੋਈ ਵੀ ਨਹੀਂ ਜਾਣਦੇ ਕਿ ਬਾਪ ਤੋਂ ਸਾਨੂੰ ਮੁਕਤੀ, ਜੀਵਨ ਮੁਕਤੀ ਕਦੋਂ ਮਿਲਣੀ ਹੈ, ਕਿਉਂਕਿ ਭਗਵਾਨ ਨੂੰ ਕਣ ਕਣ ਵਿੱਚ ਕਹਿ ਦਿੱਤਾ। ਹੁਣ ਤੁਸੀਂ ਬੱਚੇ ਬੇਹੱਦ ਦੇ ਬਾਪ ਨੂੰ ਜਾਣ ਗਏ ਹੋ। ਮੋਸਟ ਬਿਲਵਡ ਬਾਪ ਉਹ ਹੈ, ਉਸ ਤੋਂ ਪਿਆਰੀ ਵਸਤੂ ਹੋਰ ਕੋਈ ਨਹੀਂ ਹੁੰਦੀ। ਅਜਿਹੇ ਬਾਪ ਨੂੰ ਨਾ ਜਾਣਨਾ ਬੜੀ ਭਾਰੀ ਭੁੱਲ ਹੈ। ਸ਼ਿਵ ਜਯੰਤੀ ਕਿਉਂ ਮਨਾਉਂਦੇ ਨੇ? ਉਹ ਕੌਣ ਹੈ, ਇਹ ਕੋਈ ਵੀ ਨਹੀਂ ਜਾਣਦੇ। ਬਾਪ ਕਹਿੰਦੇ ਨੇ, ਤੁਸੀਂ ਕਿੰਨੇ ਬੇਸਮਝ ਬਣ ਗਏ ਹੋ। ਮਾਇਆ ਰਾਵਣ ਨੇ ਤੁਹਾਨੂੰ ਕੀ ਬਣਾ ਦਿੱਤਾ? ਹੁਣ ਤੁਸੀਂ ਬੱਚੇ ਜਾਣਦੇ ਹੋ, ਇਹ ਸਾਡੀ ਜਨਮ ਭੂਮੀ ਹੈ। ਮੈਂ ਹਰ 5000 ਵਰੇ ਬਾਅਦ ਆਉਂਦਾ ਹਾਂ। ਉਹ ਫਿਰ ਕਹਿ ਦਿੰਦੇ 40,000 ਵਰੇ ਬਾਅਦ, ਜਦੋਂ ਕਲਯੁਗ ਪੂਰਾ ਹੋਵੇਗਾ ਤਾਂ ਆਵੇਗਾ। ਚਿੱਤਰ ਵਿੱਚ ਵਿਖਾਇਆ ਹੈ ਤ੍ਰਿਮੂਰਤੀ ਦਾ। ਤ੍ਰਿਮੂਰਤੀ ਮਾਰਗ ਨਾਮ ਵੀ ਰੱਖਿਆ ਹੈ, ਪਰ 3 ਮੂਰਤੀ ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਕੋਈ ਨਹੀਂ ਜਾਣਦਾ। ਬ੍ਰਹਮਾ ਕੀ ਕਰਕੇ ਗਿਆ, ਵਿਸ਼ਨੂੰ ਤੇ ਸ਼ੰਕਰ ਕੀ ਕਰਦੇ ਨੇ, ਕਿੱਥੇ ਰਹਿੰਦੇ ਨੇ, ਕੁਝ ਵੀ ਨਹੀਂ ਜਾਣਦੇ। ਬਿਲਕੁਲ ਘੋਰ ਹਨੇਰੇ ਵਿੱਚ ਨੇ। ਬਾਪ ਹੈ ਰਚਤਾ। ਉਹਨਾਂ ਦੀ ਕਿੰਨੀ ਵੱਡੀ ਰਚਨਾ ਹੈ, ਕਿੰਨਾ ਬੇਹੱਦ ਦਾ ਨਾਟਕ ਹੈ। ਇਸ ਵਿੱਚ ਬੇਹੱਦ ਦੇ ਮਨੁੱਖ ਰਹਿੰਦੇ ਨੇ। ਅੱਜ ਤੋਂ 5000 ਵਰੇ ਪਹਿਲੇ, ਜਦੋਂ ਸਤਜੁਗ ਸੀ ਭਾਰਤ ਵਿੱਚ, ਜਦੋਂ ਇਹਨਾਂ ਲਕਸ਼ਮੀ ਨਾਰਾਇਣ ਦਾ ਰਾਜ ਸੀ, ਹੋਰ ਕੋਈ ਰਾਜ ਨਹੀਂ ਸੀ। ਭਗਵਤੀ ਸ਼੍ਰੀ ਲਕਸ਼ਮੀ ਭਗਵਾਨ ਸ਼੍ਰੀ ਨਾਰਾਇਣ ਨੂੰ ਕਿਹਾ ਜਾਂਦਾ ਹੈ। ਰਾਮ ਸੀਤਾ ਨੂੰ ਵੀ ਭਗਵਾਨ ਰਾਮ, ਭਗਵਤੀ ਸੀਤਾ ਕਹਿੰਦੇ ਨੇ। ਹੁਣ ਇਹ ਭਗਵਾਨ ਨਾਰਾਇਣ, ਭਗਵਤੀ ਲਕਸ਼ਮੀ ਕਿੱਥੋਂ ਆਏ? ਰਾਜ ਕਰਕੇ ਗਏ ਨਾ, ਪਰੰਤੂ ਉਹਨਾਂ ਦੀ ਜੀਵਨ ਕਹਾਣੀ ਇੱਕ ਵੀ ਨਹੀਂ ਜਾਣਦਾ। ਸਿਰਫ ਗਾਉਂਦੇ ਰਹਿੰਦੇ ਨੇ, ਹੇ ਭਗਵਾਨ ਦੁੱਖ ਹਰਤਾ ਸੁਖ ਕਰਤਾ, ਪਰੰਤੂ ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ। ਉਹ ਦੁੱਖ ਹਰਤਾ ਸੁਖ ਕਰਤਾ ਕਿਵੇਂ ਹੈ? ਕਿਹੜਾ ਸੁਖ ਸਭ ਨੂੰ ਦਿੰਦੇ ਨੇ? ਕਦੋਂ ਸਭ ਦਾ ਦੁੱਖ ਹਰਿਆ, ਕੁਝ ਵੀ ਨਹੀਂ ਜਾਣਦੇ। ਤੁਸੀਂ ਬੱਚੇ ਹੁਣ ਰਾਜਯੋਗ ਸਿੱਖ ਰਹੇ ਹੋ। ਭਗਵਤੀ ਲਕਸ਼ਮੀ ਭਗਵਾਨ ਨਾਰਾਇਣ ਬਣਨ ਦੇ ਲਈ ਜਾਣਦੇ ਹਾਂ। ਭਗਵਤੀ ਸੀਤਾ ਭਗਵਾਨ ਰਾਮ ਵੀ ਬਣਦਾ ਹੈ। 8 ਜਨਮ ਸਤਜੁਗ ਵਿੱਚ ਪੂਰੇ ਕਰ, ਫਿਰ ਰਾਮ ਸੀਤਾ ਦੇ ਰਾਜ ਵਿੱਚ ਆਉਣ ਵਾਲੇ 21 ਜਨਮਾਂ ਦੇ ਲਈ ਬੇਹੱਦ ਦੀ ਰਾਜਾਈ ਤੁਸੀਂ ਇੱਥੇ ਸਥਾਪਨ ਕਰ ਰਹੇ ਹੋ। ਤੁਸੀਂ ਭਗਵਤੀ ਭਗਵਾਨ ਸਵਰਗ ਦੇ ਮਾਲਿਕ ਬਣ ਰਹੇ ਹੋ। ਸਵਰਗ ਕੋਈ ਆਸਮਾਨ ਵਿੱਚ ਨਹੀਂ ਹੈ, ਇਹ ਵੀ ਕਿਸੇ ਨੂੰ ਪਤਾ ਨਹੀਂ। ਬਿਲਕੁਲ ਤੁੱਛ ਬੁੱਧੀ ਨੇ ਕਹਿੰਦੇ ਨੇ ਫਲਾਣਾ ਸਵਰਗ ਪਧਾਰ ਗਿਆ, ਪਰੰਤੂ ਸਮਝਦੇ ਕੁਝ ਵੀ ਨਹੀਂ। ਅੱਛਾ, ਕੀ ਕ੍ਰਿਸਚਨ ਬੋਧੀ ਸਭ ਹੈਵਨ ਵਿੱਚ ਜਾਣਗੇ? ਉਹ ਬਾਅਦ ਵਿੱਚ ਆ ਕੇ ਆਪਣਾ ਧਰਮ ਸਥਾਪਨ ਕਰਦੇ ਨੇ, ਤਾਂ ਫਿਰ ਉਹ ਸਵਰਗ ਵਿੱਚ ਕਿਵੇਂ ਆ ਸਕਦੇ ਨੇ? ਸਵਰਗ ਕਿਸ ਨੂੰ ਕਿਹਾ ਜਾਂਦਾ ਹੈ, ਇਹ ਉਹਨਾਂ ਨੂੰ ਪਤਾ ਨਹੀਂ। ਸੰਨਿਆਸੀ ਲੋਕ ਕਹਿੰਦੇ ਨੇ ਜੋਤੀ ਜੋਤ ਸਮਾਇਆ, ਕੋਈ ਕਹਿੰਦੇ ਨਿਰਵਾਨ ਧਾਮ ਗਿਆ। ਨਿਰਵਾਨ ਵੀ ਤਾਂ ਲੋਕ ਹੈ ਨਾ, ਉਹ ਤਾਂ ਨਿਵਾਸ ਸਥਾਨ ਹੈ। ਜੋਤੀ ਜੋਤ ਵਿੱਚ ਲੀਨ ਹੋਣ ਦੀ ਗੱਲ ਨਹੀਂ। ਜੋਤੀ ਵਿੱਚ ਜੋਤੀ ਮਿਲ ਜਾਵੇ, ਫਿਰ ਤਾਂ ਆਤਮਾ ਖਤਮ ਹੋ ਜਾਵੇ, ਖੇਲ ਹੀ ਖਤਮ ਹੋ ਜਾਵੇ। ਇਸ ਡਰਾਮਾ ਤੋਂ ਕੋਈ ਵੀ ਆਤਮਾ
ਛੁੱਟ ਨਹੀਂ ਸਕਦੀ। ਕੋਈ ਵੀ ਮੋਕਸ਼ ਨੂੰ ਪਾ ਨਹੀਂ ਸਕਦਾ। ਗੀਤ ਦਾ ਅਰਥ ਕੋਈ ਵੀ ਨਹੀਂ ਸਮਝਦੇ, ਨਾ ਜੀਵਨ ਮੁਕਤੀ ਦਾ ਅਰਥ ਸਮਝਦੇ ਨੇ, ਨਾ ਆਤਮਾ ਪਰਮਾਤਮਾ ਦਾ ਅਰਥ ਸਮਝਦੇ ਨੇ। ਬਾਪ ਕਹਿੰਦੇ ਨੇ, ਤੁਹਾਡੀ ਸ਼ਕਲ ਤਾਂ ਮਨੁੱਖਾਂ ਦੀ ਹੈ, ਜੋ ਇਹਨਾਂ ਦੇਵਤਾਵਾਂ ਦੀ ਵੀ ਸੀ। ਸਤਜੁਗ ਆਦਿ ਵਿੱਚ ਦੇਵਤਾ ਸੀ, ਉਹਨਾਂ ਦਾ 2500 ਵਰੇ ਰਾਜ ਚੱਲਿਆ। ਬਾਕੀ 2500 ਵਰਿਆਂ ਦੀ ਗੱਲ ਹੈ, ਜਿਸ ਵਿੱਚ ਹੋਰ ਸਭ ਧਰਮ ਆਉਂਦੇ ਨੇ। 5000 ਵਰੇ ਦੇ ਬਦਲੇ ਮਨੁੱਖ ਕਹਿ ਦਿੰਦੇ ਲੱਖਾਂ ਵਰੇ। ਕਲਪ ਬ੍ਰਿਖ ਦੀ ਉਮਰ ਸੀ, ਪਰੰਤੂ ਤੁਹਾਡੀ ਗੱਲ ਸਮਝਣ ਦੇ ਲਈ ਕੋਈ ਨਹੀਂ ਆਣਗੇ। ਹਾਂ, ਆਣਗੇ ਉਹੀ ਜਿਨ੍ਹਾਂ ਨੇ ਕਲਪ ਪਹਿਲੇ ਆ ਕੇ ਸਮਝਿਆ ਹੋਏਗਾ। ਪਹਿਲੇ ਤਾਂ ਸਮਝਾਣਾ ਹੈ। ਇੱਕ ਹੈ ਹੱਦ ਦਾ ਸੰਨਿਆਸ, ਜੋ ਸੰਨਿਆਸੀ ਲੋਕ ਘਰ-ਬਾਰ ਛਾੜ ਜੰਗਲ ਵਿੱਚ ਰਹਿੰਦੇ ਨੇ। ਪਹਿਲੇ ਉਹ ਸਤੋ ਪ੍ਰਧਾਨ ਨੇ, ਫਿਰ ਹੁਣ ਤਮੋ ਪ੍ਰਧਾਨ ਬਣੇ ਤਾਂ ਜੰਗਲਾਂ ਤੋਂ ਮੁੜ ਆਏ, ਵੱਡੇ ਮਹਿਲ ਬਣਾਏ ਨੇ। ਇਹਨਾਂ ਸੰਨਿਆਸੀਆਂ ਨੇ ਵੀ ਪਵਿੱਤਰਤਾ ਦੇ ਆਧਾਰ ਤੇ ਭਾਰਤ ਨੂੰ ਥਮਾਇਆ ਜ਼ਰੂਰ ਹੈ, ਭਾਰਤ ਦੀ ਸੇਵਾ ਕੀਤੀ ਹੈ। ਇਹ ਸੰਨਿਆਸ ਧਰਮ ਨਾ ਹੁੰਦਾ ਤਾਂ ਭਾਰਤ ਇੱਕਦਮ ਵਿਕਾਰਾਂ ਵਿੱਚ ਸੜ ਮਰਦਾ, ਪਤਿਤ ਬਣ ਜਾਂਦਾ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਉਹਨਾਂ ਵਿੱਚ ਪਹਿਲੇ ਪਵਿੱਤਰਤਾ ਦੀ ਤਾਕਤ ਸੀ, ਜਿਸ ਨਾਲ ਭਾਰਤ ਨੂੰ ਥਮਾਇਆ। ਇਹਨਾਂ ਦੇਵਤਾਵਾਂ ਦਾ ਜਦੋਂ ਰਾਜ ਸੀ, ਭਾਰਤ ਕਿੰਨਾ ਸਾਹੂਕਾਰ ਸੀ। ਇਹਨਾਂ ਦੇ ਐਨੇ ਵੱਡੇ ਹੀਰੇ ਜਵਾਹਰਾਤ ਦੇ ਮਹਿਲ ਸੀ, ਉਹ ਸਾਰੇ ਕਿੱਥੇ ਗਏ? ਸਭ ਹੇਠਾਂ ਚਲੇ ਗਏ। ਲੰਕਾ ਤੇ ਦਵਾਰਿਕਾ ਦੇ ਲਈ ਕਹਿੰਦੇ ਨੇ ਸਮੁੰਦਰ ਦੇ ਹੇਠਾਂ ਚਲੀ ਗਈ, ਹੁਣ ਤਾਂ ਹੈ ਹੀ ਨਹੀਂ। ਸੋਨੇ ਦੇ ਮਹਿਲ ਆਦਿ ਸਾਰੇ ਸੀ ਨਾ। ਜਦੋਂ ਮੰਦਰਾਂ ਵਿੱਚ ਹੀਰੇ ਜਵਾਹਰਾਤ ਲਗਾ ਸਕਦੇ ਨੇ ਤੇ ਉੱਥੇ ਮਹਿਲਾਂ ਵਿੱਚ ਕਿਉਂ ਨਹੀਂ ਹੋਣਗੇ? ਕਿੰਨੀ ਤੁਹਾਨੂੰ ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਫਿਰ ਤੋਂ ਆਇਆ ਹੋਇਆ ਹੈ। ਕਹਿੰਦੇ ਨੇ ਮੈਨੂੰ ਯਾਦ ਕਰੋ। ਯਾਦ ਇੱਕ ਬਾਪ ਨੂੰ ਕਰਨਾ ਹੈ, ਜਿਸ ਤੋਂ ਵਿਕਰਮ ਵਿਨਾਸ਼ ਹੋਣਗੇ, ਪਰੰਤੂ ਉਸ ਨੂੰ ਭੁੱਲ ਜਾਂਦੇ ਨੇ। ਦੇਹਧਾਰੀ ਦੀ ਯਾਦ ਆ ਜਾਂਦੀ ਹੈ। ਦੇਹਧਾਰੀ ਦੀ ਯਾਦ ਨਾਲ ਕੁਝ ਵੀ ਫਾਇਦਾ ਨਹੀਂ। ਬਾਪ ਕਹਿੰਦੇ ਨੇ ਮਮੇਕਮ ਯਾਦ ਕਰੋ। ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰੋ। ਅੰਮਾ ਮਰੇ ਤਾਂ ਵੀ ਹਲਵਾ ਖਾਣਾ। ਇੱਕ ਬਾਪ ਦੀ ਯਾਦ ਵਿੱਚ ਕਮਾਈ ਹੈ। ਅਸੀਂ ਸ਼ਿਵ ਬਾਬਾ ਦੇ ਬੱਚੇ ਹਾਂ, ਉਹਨਾਂ ਤੋਂ ਵਰਸਾ ਲੈਣਾ ਹੈ। ਇਸ ਸਮੇਂ ਬਾਪ ਨੂੰ ਯਾਦ ਨਹੀਂ ਕੀਤਾ, ਫਿਰ ਬਹੁਤ ਪਛਤਾਣਾ ਪਵੇਗਾ, ਰੋਣਾ ਪਵੇਗਾ। ਵਿਸ਼ਵ ਦੇ ਮਾਲਿਕ ਬਣਨ ਵਾਲਿਆਂ ਦੇ ਲਈ ਰੋਣ ਦੀ ਕੀ ਲੋੜ ਹੈ? ਤੁਸੀਂ ਬਾਪ ਨੂੰ ਭੁੱਲਦੇ ਹੋ ਤਾਂ ਹੀ ਮਾਇਆ ਥੱਪੜ ਲਗਾਉਂਦੀ ਹੈ। ਇਸ ਲਈ ਬਾਬਾ ਵਾਰ-ਵਾਰ ਸਮਝਾਉਂਦੇ ਨੇ, ਬਾਪ ਦੇ ਵਰਸੇ ਨੂੰ ਯਾਦ ਕਰੋ। ਅਮਰਨਾਥ ਨੇ ਅਮਰਪੁਰੀ ਵਿੱਚ ਇੱਕ ਪਾਰਵਤੀ ਨੂੰ ਬੈਠ ਕੇ ਅਮਰ ਕਥਾ ਨਹੀਂ ਸੁਣਾਈ ਹੋਵੇਗੀ। ਜ਼ਰੂਰ ਬਹੁਤ ਹੋਣਗੇ। ਜੋ ਵੀ ਮਨੁੱਖ ਮਾਤਰ ਨੇ, ਸਭ ਨੂੰ ਬਾਪ ਸਮਝਾਉਂਦੇ ਨੇ ਹੁਣ ਪਤਿਤ ਨਾ ਬਣੋ। ਇਸ ਅੰਤਿਮ ਜਨਮ ਪਵਿੱਤਰ ਜ਼ਰੂਰ ਬਣੋ। ਉੱਥੇ ਸਵਰਗ ਵਿੱਚ ਕੋਈ ਵਿਕਾਰ ਨਹੀਂ ਹੁੰਦੇ। ਜੇਕਰ ਉੱਥੇ ਵੀ ਵਿਕਾਰ ਹੁੰਦਾ, ਫਿਰ ਸਵਰਗ ਤੇ ਨਰਕ ਵਿੱਚ ਫਰਕ ਕੀ ਹੋਇਆ? ਦੇਵੀ ਦੇਵਤਾਵਾਂ ਦੀ ਮਹਿਮਾ ਗਾਉਂਦੇ ਨੇ। ਸਰਵਗੁਣ ਸੰਪੰਨ 16 ਕਲਾ ਸੰਪੂਰਨ। ਭਗਵਾਨ ਆ ਕੇ ਭਗਵਾਨ ਭਗਵਤੀ ਹੀ ਬਣਾਉਣਗੇ। ਸਿਵਾਏ ਭਗਵਾਨ ਦੇ ਕੋਈ ਬਣਾ ਨਹੀਂ ਸਕਦਾ। ਭਗਵਾਨ ਤਾਂ ਇੱਕ ਹੀ ਹੈ। ਗਾਇਆ ਜਾਂਦਾ ਹੈ ਭਗਵਾਨ ਭਗਵਦਿਤੀ ਰਾਜਧਾਨੀ, ਯਥਾ ਰਾਜਾ ਰਾਣੀ ਤਥਾ ਪ੍ਰਜਾ। ਉਹੀ ਹੋਵੇਗੀ, ਪਰੰਤੂ ਭਗਵਾਨ ਭਗਵਤੀ ਨਹੀਂ ਕਿਹਾ ਜਾਂਦਾ। ਇਸ ਲਈ ਕਿਹਾ ਜਾਂਦਾ ਹੈ ਆਦਿ ਸਨਾਤਨ ਦੇਵੀ ਦੇਵਤਾ ਧਰਮ। ਇਹ ਕਿਸੇ ਨੂੰ ਪਤਾ ਨਹੀਂ ਹੈ। ਇਹਨਾਂ ਦੀ ਬ੍ਰਹਮਾ ਦੀ ਆਤਮਾ ਨੂੰ ਵੀ ਬਾਪ ਬੈਠ ਸਮਝਾਉਂਦੇ ਨੇ। ਇੱਕ ਬਾਪ ਦੀ, ਇੱਕ ਦਾਦਾ ਦੀ, ਦੋ ਆਤਮਾਵਾਂ ਨੇ। ਇੱਕ ਆਤਮਾ 84 ਜਨਮ ਲੈਂਦੀ ਹੈ, ਦੂਜੀ ਆਤਮਾ ਪੁਨਰ ਜਨਮ ਰਹਿਤ ਹੈ। ਬਾਪ ਕਦੇ ਪੁਨਰ ਜਨਮ ਨਹੀਂ ਲੈਂਦੇ। ਇੱਕ ਵਾਰ ਆ ਕੇ ਸਾਰੇ ਵਿਸ਼ਵ ਨੂੰ ਪਵਿੱਤਰ ਬਣਾਉਣ ਦੇ ਲਈ ਰਾਜ ਯੋਗ ਸਿਖਾਉਂਦੇ ਨੇ। ਬਾਪ ਤੁਹਾਨੂੰ ਸਮਝਾਉਂਦੇ ਨੇ ਮੈਂ ਇਹਨਾਂ ਵਿੱਚ ਯਾਨੀ ਬ੍ਰਹਮਾ ਵਿੱਚ ਪ੍ਰਵੇਸ਼ ਕੀਤਾ। ਇਹ 84 ਜਨਮ ਭੋਗ ਆਏ ਨੇ। ਹੁਣ ਇਹਨਾਂ ਦੇ ਬਹੁਤ ਜਨਮਾਂ ਦੇ ਅੰਤ ਦਾ ਇਹ ਅੰਤਿਮ ਜਨਮ ਹੈ। ਹੁਣ ਮੈਂ ਨਿਰਾਕਾਰ ਹਾਂ। ਕਿਵੇਂ ਬੱਚਿਆਂ ਨੂੰ ਰਾਜਯੋਗ ਸਿਖਾਵਾਂ? ਪ੍ਰੇਰਨਾ ਨਾਲ ਕੁਝ ਨਹੀਂ ਹੋ ਸਕਦਾ। ਕ੍ਰਿਸ਼ਨ ਭਗਵਾਨੋਂ ਵਾਂਝ ਤਾਂ ਹੋ ਨਹੀਂ ਸਕਦਾ। ਉਹ ਕਿਵੇਂ ਆ ਸਕਦਾ ਹੈ? ਉਹ ਤਾਂ ਸਤਜੁਗ ਦਾ ਪ੍ਰਿੰਸ ਹੈ। 16 ਕਲਾ ਸੰਪੂਰਨ। ਫਿਰ ਤ੍ਰੇਤਾ ਵਿੱਚ ਹੁੰਦੇ ਨੇ 14 ਕਲਾ ਸੰਪੂਰਨ। ਫਿਰ ਦੁਆਪਰ ਵਿੱਚ ਕ੍ਰਿਸ਼ਨ ਨੂੰ ਕਿਉਂ ਲੈ ਗਏ ਨੇ? ਉਹਨਾਂ ਤੇ ਪਹਿਲੇ ਆਣਾ ਚਾਹੀਦਾ ਹੈ ਨਾ। ਬਾਪ ਸਮਝਾਉਂਦੇ ਨੇ ਪਹਿਲੇ ਇੱਕ ਬਾਪ ਨੂੰ ਯਾਦ ਕਰੋ, ਨਹੀਂ ਤਾਂ ਮਾਇਆ ਇੱਕਦਮ ਥੱਪੜ ਮਾਰ ਦੇਵੇਗੀ। ਛੂਈ ਮੁਈ ਦਾ
ਇੱਕ ਝਾੜ ਹੁੰਦਾ ਹੈ ਨਾ, ਹੱਥ ਲਗਾਓ ਤਾਂ ਮੁਰਝਾ ਜਾਵੇ। ਤੁਹਾਡਾ ਵੀ ਅਜਿਹਾ ਹਾਲ ਹੁੰਦਾ ਹੈ। ਬਾਪ ਨੂੰ ਯਾਦ ਨਾ ਕੀਤਾ ਤੇ ਖਲਾਸ। ਗੀਤ ਵਿੱਚ ਸੁਣਿਆ ਨਾ, ਬਚਪਨ ਦੇ ਦਿਨ ਭੁਲਾ ਨਾ ਦੇਣਾ। ਬਾਪ ਨੂੰ ਭੁੱਲੇ ਕਿਧਰੇ ਨਾ ਕਿਧਰੇ ਸੱਟ ਲੱਗ ਜਾਵੇਗੀ। ਬਾਪ ਕਹਿੰਦੇ ਨੇ, ਤੁਸੀਂ ਮੇਰੇ ਬੱਚੇ ਹੋ ਨਾ। ਇਹ ਸਰੀਰ ਤਾਂ ਵਿਸ ਨਾਲ ਪੈਦਾ ਹੋਇਆ। ਉਹ ਉਹਨਾਂ ਦੇ ਲੌਕਿਕ ਮਾਂ-ਬਾਪ ਨੇ, ਇਹ ਪਾਰਲੌਕਿਕ ਬਾਪ। ਇਹਨਾਂ ਨੂੰ ਫਿਰ ਬ੍ਰਹਮਾ ਨੂੰ ਫਿਰ ਅਲੌਕਿਕ ਬਾਪ ਕਿਹਾ ਜਾਂਦਾ ਹੈ। ਇਹ ਹੱਦ ਦਾ ਸੀ, ਫਿਰ ਬੇਹੱਦ ਦਾ ਬਣ ਗਿਆ। ਹੁਣ ਵੇਖੋ, ਇਹ ਲੌਕਿਕ ਬੱਚੀ ਨਿਰਮਲ ਸ਼ਾਂਤਾ ਬੈਠੀ ਹੈ। ਇਹ ਲੌਕਿਕ ਵੀ ਹੈ, ਅਲੌਕਿਕ ਵੀ ਹੈ, ਪਾਰਲੌਕਿਕ ਵੀ ਹੈ। ਬਾਕੀ ਸ਼ਿਵ ਬਾਬਾ ਦੇ ਭਰਾ ਭੈਣ ਤਾਂ ਹੈ ਨਹੀਂ, ਨਾ ਲੌਕਿਕ ਨਾ ਅਲੌਕਿਕ ਨਾ ਪਾਰਲੌਕਿਕ। ਕਿੰਨਾ ਫਰਕ ਹੈ। ਇੱਕ ਬਾਪ ਦਾ ਬਣਨਾ ਕੋਈ ਮਾਸੀ ਦਾ ਘਰ ਨਹੀਂ। ਅਜਿਹੇ ਬਾਪ ਨਾਲ ਸੰਬੰਧ ਜੋੜਨਾ ਹੈ, ਟਾਈਮ ਤਾਂ ਲੱਗਦਾ ਹੈ। ਸ਼ਿਵ ਬਾਬਾ ਦੀ ਯਾਦ ਵਿੱਚ ਰਹਿਣਾ ਬੜੀ ਮਿਹਨਤ ਹੈ। ਕੋਈ 50 ਵਰ੍ਹੇ ਤੋਂ ਰਹਿਣ ਵਾਲੇ ਵੀ ਸਾਰਾ ਦਿਨ ਸ਼ਿਵ ਬਾਬਾ ਨੂੰ ਯਾਦ ਨਹੀਂ ਕਰਦੇ। ਅਜਿਹੇ ਵੀ ਨੇ। ਹੋਰ ਸਭ ਨੂੰ ਭੁੱਲ ਇੱਕ ਬਾਪ ਨੂੰ ਯਾਦ ਕਰਨਾ, ਇਸ ਵਿੱਚ ਬਹੁਤ ਮਿਹਨਤ ਹੈ। ਕੋਈ 1% ਯਾਦ ਕਰਦੇ, ਕੋਈ 2%, ਕੋਈ 0.5% ਵੀ ਮੁਸ਼ਕਿਲ ਨਾਲ ਯਾਦ ਕਰਦੇ ਨੇ। ਇਹ ਵੱਡੀ ਮੰਜ਼ਿਲ ਹੈ। ਬਾਪ ਸਮਝਾਉਂਦੇ ਨੇ, ਬਚਪਨ ਨੂੰ ਭੁੱਲ ਨਾ ਜਾਣਾ। ਬਾਪ ਤੋਂ ਸਵਰਗ ਦਾ ਵਰਸਾ ਮਿਲਦਾ ਹੈ। ਤੁਸੀਂ ਜਾਣਦੇ ਹੋ, ਅਸੀਂ ਜਿਉਂਦੇ ਜੀ ਮਰ ਕੇ ਬਾਪ ਦੇ ਆ ਕੇ ਬਣੇ ਹਾਂ। ਨਵੀਂ ਦੁਨੀਆ ਵਿੱਚ ਜਾਣ ਦੇ ਲਈ ਤਾਂ ਤੁਹਾਨੂੰ ਸਥਾਈ ਖੁਸ਼ੀ ਰਹਿਣੀ ਚਾਹੀਦੀ ਹੈ। ਓਹੋ, ਅਸੀਂ ਤਾਂ ਡਬਲ ਸਿਰਤਾਜ ਬਣਾਂਗੇ। ਮਨੁੱਖ ਥੋੜੀ ਨਾ ਜਾਣਦੇ ਨੇ, ਸਤਯੁਗ ਵਿੱਚ ਇਹਨਾਂ ਦੇਵਤਾਵਾਂ ਨੂੰ 16 ਕਲਾ ਸੰਪੂਰਨ, 14 ਕਲਾ ਸੰਪੂਰਨ ਕਿਉਂ ਕਹਿੰਦੇ ਨੇ? ਕੁਝ ਵੀ ਨਹੀਂ ਜਾਣਦੇ। ਇਹ ਭਗਤੀ ਮਾਰਗ ਦੇ ਸ਼ਾਸਤਰ ਆਦਿ ਫਿਰ ਵੀ ਬਣਨਗੇ। ਇਹ ਹੱਠ ਯੋਗ, ਤੀਰਥ ਯਾਤਰਾ ਆਦਿ ਸਭ ਫਿਰ ਹੋਣਗੇ। ਪਰੰਤੂ ਇਸ ਤੋਂ ਕੀ ਹੋਵੇਗਾ ਕਿ ਹੈਵਨ ਵਿੱਚ ਚਲੇ ਜਾਓਗੇ? ਨਹੀਂ। ਬਹੁਤ ਰਿੱਧੀ ਸਿੱਧੀ ਤੋਂ ਵੀ ਕੰਮ ਕਰਦੇ ਨੇ। ਰਿੱਧੀ ਸਿੱਧੀ ਵਾਲੇ ਵੀ ਬਹੁਤ ਹੋ ਗਏ ਨੇ। ਹਜ਼ਾਰਾਂ ਮਨੁੱਖ ਉਹਨਾਂ ਦੇ ਪਿੱਛੇ ਪਏ ਰਹਿੰਦੇ ਨੇ। ਰਿੱਧੀ ਸਿੱਧੀ ਨਾਲ ਘੜੀਆਂ ਆਦਿ ਚੀਜ਼ਾਂ ਕੱਢਦੇ ਰਹਿੰਦੇ ਨੇ। ਇਹ ਥੋੜੀ ਨਾ ਸਮਝਦੇ ਨੇ ਕਿ ਅਲਪ ਕਾਲ ਦੇ ਲਈ ਨੇ ਸਭ। ਇਸ ਵਿੱਚ ਬੜੀ ਮਿਹਨਤ ਕਰਨੀ ਪੈਂਦੀ ਹੈ। ਇਹ ਰਿੱਧੀ ਸਿੱਧੀ ਆਦਿ ਸਿੱਖਣ ਦੀ ਵੀ ਕਿਤਾਬ ਹੁੰਦੀ ਹੈ। ਕਿੰਨੇ ਲੱਖਾਂ ਮਨੁੱਖ ਉਹਨਾਂ ਦੇ ਪਿਛਾੜੀ ਪੈਂਦੇ ਨੇ। ਤੁਸੀਂ ਬੱਚੇ ਜਾਣਦੇ ਹੋ, ਸਾਨੂੰ ਬਾਬਾ ਤੋਂ ਸਵਰਗ ਦਾ ਵਰਸਾ ਮਿਲਦਾ ਹੈ। ਇਹਨਾਂ ਅੱਖਾਂ ਨਾਲ ਜੋ ਕੁਝ ਵੇਖਦੇ ਹੋ ਉਹ ਨਹੀਂ ਰਹੇਗਾ। ਬਾਪ ਸਮਝਾਉਂਦੇ ਨੇ, ਤੁਸੀਂ ਅਸ਼ਰੀਰੀ ਆਏ ਸੀ, ਫਿਰ ਸਰੀਰ ਨਾਲ ਪਾਠ ਵਜਾਇਆ। ਜੇਕਰ 84 ਲੱਖ ਦਾ ਹਿਸਾਬ ਕਿਤਾਬ ਦਸੀਏ ਤਾਂ 12 ਮਹੀਨੇ ਲੱਗ ਜਾਣ। ਹੋ ਨਹੀਂ ਸਕਦਾ। 84 ਜਨਮਾਂ ਦਾ ਹਿਸਾਬ ਕਿਤਾਬ ਦੱਸਣਾ ਬੜਾ ਸਹਿਜ ਹੈ। ਤੁਸੀਂ 84 ਦਾ ਚੱਕਰ ਲਗਾਉਂਦੇ ਹੋ। ਸੂਰਜਵੰਸ਼ੀ ਨੇ ਤਾਂ ਚੰਦਰਵੰਸ਼ੀ ਨਹੀਂ। ਸੂਰਜਵੰਸ਼ੀ ਕਰਾਨਾ ਪੂਰਾ ਹੋਇਆ, ਫਿਰ ਚੰਦਰਵੰਸ਼ੀ ਬਣੇ। ਹੁਣ ਤੁਸੀਂ ਜਾਣਦੇ ਹੋ, ਅਸੀਂ ਤਾਂ ਬ੍ਰਾਹਮਣ ਵੰਸ਼ੀ, ਫਿਰ ਦੇਵਤਾ ਵੰਸ਼ੀ ਬਣਨਾ ਹੈ। ਇਸ ਦੇ ਲਈ ਅਸੀਂ ਪੜ੍ਹਾਈ ਪੜ੍ਹ ਰਹੇ ਹਾਂ। ਫਿਰ ਸੀੜੀ ਹੇਠਾਂ ਉਤਰਦੇ ਉਤਰਦੇ ਵੈਸ਼ਵੰਸ਼ੀ, ਸ਼ੂਦਰਵੰਸ਼ੀ ਬਣਾਂਗੇ। ਹੁਣ ਸਾਨੂੰ 84 ਜਨਮਾਂ ਦੀ ਸਮ੍ਰਿਤੀ ਆਈ। ਇਹ ਚੱਕਰ ਵੀ ਯਾਦ ਕਰਨਾ ਪਵੇ। ਬਾਪ ਨੂੰ ਯਾਦ ਕਰਨ ਨਾਲ ਐਵਰ ਹੈਲਦੀ ਐਵਰ ਵੈਲਦੀ ਬਣੋਗੇ। ਪਾਪ ਘਟ ਜਾਣਗੇ। ਚੱਕਰ ਨੂੰ ਜਾਣਨ ਨਾਲ ਚੱਕਰਵਰਤੀ ਰਾਜਾ ਬਣ ਜਾਓਗੇ। ਤੁਸੀਂ ਜਾਣਦੇ ਹੋ, ਇਹ ਪੁਰਾਣੀ ਦੁਨੀਆ ਕਬਰਸਤਾਨ ਬਣਨੀ ਹੈ। ਕੁਝ ਵੀ ਨਹੀਂ ਰਹੇਗਾ, ਖਤਮ ਹੋ ਜਾਏਗਾ। ਰਾਮ ਗਇਓ, ਰਾਵਣ ਗਇਓ, ਜਾਕੋ ਬਹੁ ਪਰਿਵਾਰ। ਰਾਮ ਦਾ ਕਿੰਨਾ ਛੋਟਾ ਪਰਿਵਾਰ ਹੋਏਗਾ ਸਤਯੁਗ ਵਿੱਚ। ਹੁਣ ਰਾਵਣ ਦਾ ਕਿੰਨਾ ਵੱਡਾ ਪਰਿਵਾਰ ਹੈ। ਬੱਚੇ ਜਾਣਦੇ ਨੇ, ਰਾਜਧਾਨੀ ਸਥਾਪਨ ਹੋ ਰਹੀ ਹੈ। ਹਰ ਗੱਲ ਵਿੱਚ ਪੁਰਸ਼ਾਰਥ ਫਸਟ ਹੈ। ਬਾਪ ਪੁਰਸ਼ਾਰਥ ਕਰਾਉਂਦੇ ਨੇ, ਬੱਚੇ ਮੈਨੂੰ ਯਾਦ ਕਰੋ। ਜਿਸ ਬਾਪ ਤੋਂ ਅਥਾਹ ਸਵਰਗ ਦੀ ਬਾਦਸ਼ਾਹੀ ਮਿਲਦੀ ਹੈ, ਕਿ ਉਹਨਾਂ ਨੂੰ ਯਾਦ ਨਹੀਂ ਕਰੋਗੇ? ਬਾਪ ਸਮ੍ਰਿਤੀ ਦਿਲਾਉਂਦੇ ਨੇ, ਤੁਸੀਂ ਸਵਰਗ ਦੇ ਮਾਲਿਕ ਸੀ, ਹੁਣ ਫਿਰ ਤੋਂ ਪੁਰਸ਼ਾਰਥ ਕਰ ਸਵਰਗ ਦੇ ਮਾਲਿਕ ਬਣੋ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ, ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਕਦੇ ਵੀ ਕਿਸੇ ਗੱਲ ਵਿੱਚ ਛੂਈ ਮੁਈ ਨਹੀਂ ਬਣਨਾ। ਈਸ਼ਵਰੀਏ ਬਚਪਨ ਨੂੰ ਭੁੱਲ ਮੁਰਝਾਣਾ ਨਹੀਂ। ਇਹਨਾਂ ਅੱਖਾਂ ਤੋਂ ਜੋ ਕੁਝ ਵਿਖਾਈ ਦਿੰਦਾ ਹੈ
ਉਸ ਨੂੰ ਵੇਖਦੇ ਹੋਏ ਵੀ ਨਹੀਂ ਵੇਖਣਾ। ਦੂਜਾ, ਇੱਕ ਬਾਪ ਦੀ ਯਾਦ ਵਿੱਚ ਕਮਾਈ ਹੈ। ਇਸ ਲਈ ਦੇਹਧਾਰੀਆਂ ਨੂੰ ਯਾਦ ਕਰ ਰੋਣਾ ਨਹੀਂ ਹੈ। ਬਾਪ ਤੇ ਵਰਸੇ ਨੂੰ ਯਾਦ ਕਰ ਵਿਸ਼ਵ ਦੀ ਬਾਦਸ਼ਾਹੀ ਲੈਣੀ ਹੈ। ਵਰਦਾਨ ਹੈ, ਨਾਲੇਜ ਦੀ ਲਾਈਟ ਮਾਈਟ ਦੁਆਰਾ ਕਮਜ਼ੋਰ ਸੰਸਕਾਰਾਂ ਨੂੰ ਸਮਾਪਤ ਕਰਨ ਵਾਲੇ ਸ਼ਕਤੀ ਸੰਪੰਨ ਭਵ। ਨੌਲੇਜ ਦੀ ਲਾਈਟ ਮਾਈਟ ਦੁਆਰਾ ਕਮਜ਼ੋਰ ਸੰਸਕਾਰਾਂ ਨੂੰ ਸਮਾਪਤ ਕਰਨ ਵਾਲੇ ਸ਼ਕਤੀ ਸੰਪੰਨ ਭਵ। ਨੌਲੇਜ ਨਾਲ ਆਪਣੇ ਕਮਜ਼ੋਰ ਸੰਸਕਾਰਾਂ ਦਾ ਪਤਾ ਤਾਂ ਚੱਲ ਜਾਂਦਾ ਹੈ। ਜਦੋਂ ਉਸ ਗੱਲ ਦੀ ਸਮਝਾਣੀ ਮਿਲਦੀ ਹੈ ਤਾਂ ਉਹ ਸੰਸਕਾਰ ਕੁਝ ਸਮੇਂ ਦੇ ਲਈ ਅੰਦਰ ਦਬ ਜਾਂਦੇ ਨੇ, ਲੇਕਿਨ ਕਮਜ਼ੋਰ ਸੰਸਕਾਰ ਖਤਮ ਕਰਨ ਦੇ ਲਈ ਲਾਈਟ ਮਾਈਟ ਦੇ ਐਕਸਟਰਾ ਫੋਰਸ ਦੀ ਲੋੜ ਹੁੰਦੀ ਹੈ। ਇਸ ਦੇ ਲਈ ਮਾਸਟਰ ਸਰਵ ਸ਼ਕਤੀਵਾਨ, ਮਾਸਟਰ ਨੌਲੇਜਫੁਲ ਦੇ ਨਾਲ ਨਾਲ ਚੈਕਿੰਗ ਮਾਸਟਰ ਬਣੋ। ਨੌਲੇਜ ਦੁਆਰਾ ਖੁਦ ਵਿੱਚ ਸ਼ਕਤੀ ਭਰੋ, ਮਨਨ ਸ਼ਕਤੀ ਨੂੰ ਵਧਾਓ ਤਾਂ ਸ਼ਕਤੀ ਸੰਪੰਨ ਬਣ ਜਾਓਗੇ। ਸਲੋਗਨ ਹੈ, ਜਿੱਥੇ ਸਰਵ ਪ੍ਰਾਪਤੀਆਂ ਨੇ ਉੱਥੇ ਪ੍ਰਸੰਨਤਾ ਹੈ। ਜਿੱਥੇ ਸਰਵ ਪ੍ਰਾਪਤੀਆਂ ਨੇ ਉੱਥੇ ਪ੍ਰਸੰਨਤਾ ਹੈ। ਅੱਛਾ, ਓਮ ਸ਼ਾਂਤੀ।